ਜਦੋਂ KPS ਗਿੱਲ ਪੰਜਾਬ ਦੇ ਵਿੱਚ DGP ਸੀ, ਉਹ ਕਪੂਰ ਸਾਹਿਬ ਜਿਹੜੇ ਹੋਮ ਸੈਕਟਰੀ ਸੀ। ਹੋਮ ਸੈਕਟਰੀ ਨੇ ਆਪਣੇ ਘਰ ਦੇ ਵਿੱਚ ਇੱਕ ਪ੍ਰਾਈਵੇਟ ਪਾਰਟੀ ਰੱਖੀ ਸੀ, ਉਹਦੇ ਵਿੱਚ KPS ਗਿੱਲ ਨੂੰ ਵੀ ਬੁਲਾਇਆ ਗਿਆ। KPS ਗਿੱਲ ਜਿਹੜਾ ਸੀ ਉਹ ਇਕੱਲਾ ਆਇਆ, ਉਹਦੇ ਨਾਲ ਕੋਈ ਉਹਦੀ ਫੀਮੇਲ ਵਾਈਫ ਨਹੀਂ ਸੀ ਹੈਗੀ। ਉਹਦੇ ਵਿੱਚ KPS ਗਿੱਲ ਨੇ ਪਾਰਟੀ ਜਦੋਂ ਚੱਲ ਰਹੀ ਸੀ, ਉਹਨੇ ਕੋਸ਼ਿਸ਼ ਕੀਤੀ ਮੈਡਮ ਬਜਾਜ ਦੇ ਕੋਲ ਆਣ ਕੇ ਗੱਲ ਕਰਨ ਦੀ, ਲੇਕਿਨ ਉਸ ਤੋਂ ਬਾਅਦ ਵੀ ਜਿਹੜਾ ਹੈ ਉਹਦੇ ਮਗਰ ਜਾ ਕੇ ਜਿਹੜਾ ਹੈ ਉਹਨੇ ਕੋਸ਼ਿਸ਼ ਕੀਤੀ, ਉਹਨੇ ਫਿਰ ਅਵਾਇਡ ਕੀਤਾ। ਉਹ ਜਦੋਂ ਜਾਣ ਲੱਗੀ ਸੀ, ਉਹਨੇ ਫਿਰ ਉਹਨਾਂ ਦੇ ਪਿੱਛੇ ਜਿਹੜਾ ਸੀ ਥੱਪੜ ਮਾਰ ਦਿੱਤਾ। ਉਹਨੇ ਜਿਹੜਾ ਸੀ ਗਵਰਨਰ ਨੂੰ ਵੀ ਉਸ ਵੇਲੇ SS ਰੇ ਸੀ, ਉਹਨੂੰ ਵੀ ਅਪਰੋਚ ਕੀਤਾ ਕਿ ਮੇਰੇ ਨਾਲ ਇਸ ਤਰ੍ਹਾਂ ਹੋਈ ਹੈ ਕਿ ਉਹ ਤੁਸੀਂ ਇਹਦੇ ਨਾਲ ਜਿਹੜਾ ਮੈਨੂੰ ਇਨਸਾਫ ਦਾ ਕੇਸ ਬਣਾਓ ਇਹਦੇ 'ਤੇ। ਗਵਰਨਰ ਨੇ ਰਬੀਰੋ ਦਾ ਐਡਵਾਈਜ਼ਰ ਸੀ ਉਸ ਵੇਲੇ, ਉਹਨੂੰ ਬੁਲਾਇਆ ਤੇ ਬੁਲਾ ਕੇ ਨਾਲ ਗਿੱਲ ਕੋ ਪੁੱਛਿਆ ਵੀ ਕੀ ਹੋਇਆ। ਉਹ ਮੰਨ ਗਿਆ ਵੀ ਮੈਂ ਇਸ ਤਰ੍ਹਾਂ ਗੱਲ ਕੀਤੀ ਹੈ। ਇਹਨਾਂ ਨੇ ਗਿੱਲ ਜਿਹੜਾ ਮੁਲਜ਼ਮ ਸੀ ਉਹਦੇ ਆਉਣਾ ਜਦੋਂ ਤੋਂ ਉਹਦੀ ਗੱਡੀ ਜਾ ਕੇ ਉੱਥੇ ਅੱਗੇ ਲਵਾ ਦੇਣੀ। ਸਾਨੂੰ ਜਦੋਂ ਇੱਕ ਦਿਨ ਅਸੀਂ ਗੱਡੀ ਲੈ ਕੇ ਗਏ ਤੇ ਮੈਡਮ ਬਜਾਜ ਤੇ ਬਜਾਜ ਵੀ ਮੇਰੇ ਨਾਲ ਸਨ, ਉਹ ਸਾਨੂੰ ਕਹਿੰਦੇ ਜੀ ਤੁਸੀਂ ਗੱਡੀ ਉਹ ਦੂਰ ਲਾ ਕੇ ਆਓ। ਉਹਨਾਂ ਨੇ ਰਾਹ ਰੋਕ ਦਿੱਤਾ, ਗੇਟ ਬੰਦ ਕਰ ਦਿੱਤਾ। ਉਹ ਮੈਂ ਕਿਹਾ ਜੇ ਮੁਲਜ਼ਮ ਅੰਦਰ ਜਾ ਸਕਦਾ, ਅਸੀਂ ਕੌਂਸਲ ਜਾਂ ਕੰਪਲੇਨੈਂਟ ਦੇ, ਤੁਸੀਂ ਸਾਨੂੰ ਕਿੱਦਾਂ ਰੋਕ ਸਕਦੇ ਹੋ? ਅਤੇ ਮੈਂ ਖੜੋ ਕੇ ਜੱਜ ਨੂੰ ਕਿਹਾ, ਮੈਂ ਕਿਹਾ ਜੱਜ ਸਾਹਿਬ ਤੁਸੀਂ ਅਦਾਲਤ ਦੇ ਵਿੱਚ ਵੈਪਨ ਲਿਆਉਣ ਦੀ ਕੁਝ ਲੋਕਾਂ ਨੂੰ ਇਜਾਜ਼ਤ ਦਿੱਤੀ ਹੈ? ਉਹ ਕਹਿੰਦਾ ਨਹੀਂ ਐਸੀ ਤਾਂ ਹੋ ਨਹੀਂ ਸਕਦੀ। ਮੈਂ ਕਿਹਾ ਜੀ ਇੱਥੇ ਤਾਂ ਲੋਕ ਵੈਪਨ ਲੈ ਕੇ ਬੈਠੇ ਨੇ, ਕਹਿੰਦੇ ਕੌਣ ਨੇ? ਉਹ ਜਦੋਂ ਮੈਂ ਇੰਨੀ ਗੱਲ ਕਹੀ, ਉਹ ਸਾਰੇ ਬੰਦੇ ਉੱਤੋਂ ਗਏ। ਅਤੇ ਇਹ ਇਸ ਤਰ੍ਹਾਂ ਬਹੁਤ ਵੱਡੇ ਰੁਤਬੇ ਵਾਲੇ ਪਰਿਵਾਰ ਸਨ। ਅਤੇ ਜਦੋਂ ਉਹਨਾਂ ਨੇ ਵੇਖਿਆ ਵੀ ਪੁਲਿਸ ਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ, ਸਾਡੇ ਗਵਰਨਰ ਨੇ ਕੋਈ ਰਾਹ ਨਹੀਂ ਦਿੱਤਾ, ਪੁਲਿਸ ਵਾਲੇ ਕੇਸ ਰਜਿਸਟਰ ਕਰਕੇ ਉਹਨੂੰ ਜੁਆਇਨ ਵੀ ਨਹੀਂ ਕਰਵਾ ਰਹੇ ਅਤੇ ਲਗਭਗ ਕੇਸ ਬੰਦ ਹੀ ਕਰ ਦਿੱਤਾ। ਬੰਦ ਕਰਨ ਤੋਂ ਬਾਅਦ ਫਿਰ ਹਾਈ ਕੋਰਟ ਅਸੀਂ ਗਏ ਵੀ ਇਹਨਾਂ ਨੇ ਗਲਤ ਬੰਦ ਕੀਤਾ, ਹਾਈ ਕੋਰਟ ਨੇ ਸਾਡੀ ਖਾਰਜ ਕਰ ਦਿੱਤੀ। ਫਿਰ ਉਸ ਤੋਂ ਬਾਅਦ ਸੁਪਰੀਮ ਕੋਰਟ ਜਾਣਾ, ਇਹ ਬੜਾ 8-9 ਸਾਲ ਦਾ ਵਕਤ ਸੀ। ਪ੍ਰੋਗਰਾਮ 1 to 1 ਵਿੱਚ ਮੈਂ ਦਰਸ਼ਨ ਸਿੰਘ ਖੋਖਰ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਅਸੀਂ ਗੱਲ ਕਰਾਂਗੇ ਉਸ ਸਿਸਟਮ ਦੀ, ਜਿਸ ਸਿਸਟਮ ਦੇ ਵਿੱਚ ਬੰਦਿਆਂ 'ਤੇ ਇੰਨਾ ਜ਼ੁਲਮ ਢਾ ਦਿੱਤਾ ਗਿਆ ਸੀ, ਵੱਡੇ ਅਫਸਰਾਂ ਤੱਕ ਸਮੱਸਿਆਵਾਂ ਪੈਦਾ ਹੋ ਗਈਆਂ ਸਨ। ਪਰ ਕੁਝ ਅਜਿਹੇ ਦਲੇਰ ਵਕੀਲ ਵੀ ਸਾਹਮਣੇ ਸਨ ਜਿਨ੍ਹਾਂ ਨੇ KPS ਗਿੱਲ ਖਿਲਾਫ ਵੀ ਕੇਸ ਲੜੇ। ਕੇਸ ਸੀਗਾ ਰੂਪਨ ਦਿਓਲ ਬਜਾਜ ਦਾ। ਜਦੋਂ ਰੂਪਨ ਦਿਓਲ ਬਜਾਜ ਨਾਲ ਜੋ IAS ਅਫਸਰ ਸੀ KPS ਗਿੱਲ ਨੇ ਛੇੜਛਾੜ ਕੀਤੀ, ਉਦੋਂ ਕਾਫੀ ਸੁਰਖੀਆਂ ਦੇ ਵਿੱਚ ਇਹ ਮਾਮਲਾ ਰਿਹਾ। ਪਰ ਦਲੇਰੀ ਦਿਖਾਈ ਰੂਪਨ ਦਿਓਲ ਬਜਾਜ ਨੇ ਵੀ ਕੇਸ ਕੀਤਾ। ਕੀ ਮਾਮਲਾ ਸੀ, ਗੱਲ ਕਰਾਂਗੇ। ਕਿੱਦਾਂ ਇਹਨਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ। ਸਾਡੇ ਨਾਲ ਨੇ ਅਮਰ ਸਿੰਘ ਚਹਿਲ, ਜਿਨ੍ਹਾਂ ਨੇ KPS ਗਿੱਲ ਖਿਲਾਫ ਕੇਸ ਲੜਿਆ ਅਤੇ ਅਖੀਰ ਉਹਨੂੰ ਮੁਲਜ਼ਮ ਮੰਨ ਲਿਆ ਗਿਆ, ਦੋਸ਼ੀ ਮੰਨ ਲਿਆ ਗਿਆ KPS ਗਿੱਲ ਨੂੰ। ਚਹਿਲ ਸਾਹਿਬ, ਜੋ KPS ਗਿੱਲ 'ਤੇ ਕੇਸ ਚੱਲਿਆ, ਪਹਿਲਾਂ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਕੀ ਕੇਸ ਸੀਗਾ, ਕਿਉਂਕਿ ਪੁਲਿਸ ਮੁਖੀ ਹੋਣ ਦੇ ਨਾਤੇ ਨਾਲ ਨਾਲ ਕੇਸ ਚੱਲਿਆ। ਇਹ ਕੇਸ ਇਸ ਤਰ੍ਹਾਂ ਹੋਇਆ ਸੀ ਜੀ, ਇੱਕ SL ਕਪੂਰ IAS ਕੇਡਰ ਦੇ ਬੰਦੇ ਸਨ। ਉਹ ਜਦੋਂ KPS ਗਿੱਲ ਪੰਜਾਬ ਦੇ ਵਿੱਚ DGP ਸੀ, ਉਹ ਕਪੂਰ ਸਾਹਿਬ ਜਿਹੜੇ ਹੋਮ ਸੈਕਟਰੀ ਸੀ। ਹੋਮ ਸੈਕਟਰੀ ਨੇ ਆਪਣੇ ਘਰ ਦੇ ਵਿੱਚ ਇੱਕ ਪ੍ਰਾਈਵੇਟ ਪਾਰਟੀ ਰੱਖੀ ਸੀ, ਜਿਹਦੇ 'ਚ ਉਹਨੇ ਬਹੁਤ ਜਿਹੜੇ ਹਾਈਲੀ ਪਲੇਸਡ ਆਫਿਸਰ ਸਨ, IAS ਦੇ ਕੇਡਰ ਦੇ ਅਤੇ IPS ਕੇਡਰ ਦੇ, ਉਹਨਾਂ ਨੂੰ ਬੁਲਾਇਆ ਸੀ। ਉਹਦੇ ਵਿੱਚ KPS ਗਿੱਲ ਨੂੰ ਵੀ ਬੁਲਾਇਆ ਗਿਆ। KPS ਗਿੱਲ ਜਿਹੜਾ ਸੀ ਉਹ ਇਕੱਲਾ ਆਇਆ, ਉਹਦੇ ਨਾਲ ਕੋਈ ਉਹਦੀ ਫੀਮੇਲ ਵਾਈਫ ਨਹੀਂ ਸੀ ਹੈਗੀ। ਅਤੇ IAS ਕੇਡਰ ਦੇ ਵਿੱਚੋਂ ਬਾਕੀ ਦੇ ਜਿਹੜੇ ਸੀ ਆਫਿਸਰ, ਉਹਨਾਂ ਦੇ ਵਿੱਚੋਂ ਮੈਡਮ ਰੂਪਨ ਦਿਓਲ ਬਜਾਜ ਸਨ, ਉਹ ਵੀ IAS ਕੇਡਰ ਦੇ ਸਨ। ਉਹਨਾਂ ਦਾ ਹਸਬੈਂਡ ਜਿਹੜਾ ਸੀ BR ਬਜਾਜ, ਉਹ ਵੀ ਸਨ, ਉਹ ਵੀ ਉਸ ਪਾਰਟੀ ਦੇ ਵਿੱਚ ਹਾਜ਼ਰ ਸਨ। ਇਹ ਹੁਣ ਐਗਜ਼ੈਕਟਲੀ ਮੈਨੂੰ 95 ਦੇ ਲਗਭਗ ਦੀ ਗੱਲ ਹੈ। ਉਹਦੇ ਵਿੱਚ KPS ਗਿੱਲ ਨੇ ਪਾਰਟੀ ਜਦੋਂ ਚੱਲ ਰਹੀ ਸੀ, ਉਹਨੇ ਕੋਸ਼ਿਸ਼ ਕੀਤੀ ਮੈਡਮ ਬਜਾਜ ਦੇ ਕੋਲ ਆਣ ਕੇ ਗੱਲ ਕਰਨ ਦੀ। ਉਹਨੇ ਇਸ ਗੱਲ ਤੋਂ ਜਿਹੜਾ ਸੀ ਮਨਾ ਕਰ ਦਿੱਤਾ, ਮਤਲਬ ਜਿੱਥੇ ਉਹ ਬੈਠਾ ਸੀ ਉੱਥੋਂ ਦੂਰ ਚਲੇ ਗਈ। ਲੇਕਿਨ ਉਸ ਤੋਂ ਬਾਅਦ ਵੀ ਜਿਹੜਾ ਹੈ ਉਹਦੇ ਮਗਰ ਜਾ ਕੇ ਜਿਹੜਾ ਹੈ ਉਹਨੇ ਕੋਸ਼ਿਸ਼ ਕੀਤੀ, ਉਹਨੇ ਫਿਰ ਅਵਾਇਡ ਕੀਤਾ। ਉਹ ਜਦੋਂ ਜਾਣ ਲੱਗੀ ਸੀ, ਉਹਨੇ ਫਿਰ ਉਹਨਾਂ ਦੇ ਪਿੱਛੇ ਜਿਹੜਾ ਸੀ ਥੱਪੜ ਮਾਰ ਦਿੱਤਾ।
ਤੱਪਾ ਲਾ ਦਿੱਤਾ ਜਿਹਨੂੰ ਕਹਿੰਦੇ ਨੇ, ਉਹ ਸੀ ਇਨਡੀਸੈਂਟ ਸੀ। ਇਹਨੂੰ ਆਊਟਰੇਜਿੰਗ ਦੀ ਮੋਡੈਸਟੀ ਆਫ ਏ ਵੂਮਨ ਅਸੀਂ ਕਹਿੰਦੇ ਹਾਂ। ਅਤੇ ਉਹਨੇ ਇਸ ਗੱਲ ਦਾ ਬਹੁਤ ਬੁਰਾ ਬਣਾਇਆ। ਬੁਰਾ ਮਨਾਉਣ ਤੋਂ ਬਾਅਦ ਇੱਕਦਮ ਉਹ ਜਿਹੜਾ ਸੀ ਉੱਥੇ ਰੌਲਾ ਪੈ ਗਿਆ। ਰੌਲਾ ਪਾਉਣ ਤੋਂ ਬਾਅਦ ਜਿਹੜਾ ਸੀ ਉਹ ਦੋਨੋਂ ਮੀਆਂ ਬੀਬੀ, ਜਦੋਂ ਉਹਨੇ ਆਪਣੇ ਘਰ ਵਾਲੇ ਨਾਲ ਗੱਲ ਕੀਤੀ ਵੀ ਮੇਰੇ ਨਾਲ, ਉਹਨਾਂ ਨੇ ਐਜ਼ ਏ ਪ੍ਰੋਟੈਸਟ ਉੱਥੋਂ ਮੀਟਿੰਗ ਜਿਹੜੀ ਸੀ ਉਹਦੇ ਪਾਰਟੀ ਦੇ ਵਿੱਚੋਂ ਜਾਣ ਦੀ ਗੱਲ ਕੀਤੀ। ਲੇਕਿਨ ਉਸ ਤੋਂ ਪਹਿਲੇ ਹੀ ਗਿੱਲ ਨੂੰ ਇੱਕ ਬੰਨੇ ਲਿਜਾਇਆ ਗਿਆ, ਉਹਨੂੰ ਉੱਥੇ ਅਲੱਗਾ ਰੋਟੀ ਦਿੱਤੀ ਗਈ ਅਤੇ ਉਹਦੀ ਛੁੱਟੀ ਕਰ ਦਿੱਤੀ ਗਈ। ਉਸ ਦੀ ਜਿਹੜੀ ਫਿਰ ਹੈ, ਮੈਡਮ ਬਜਾਜ ਨੇ ਆਪਣੇ ਆਫਿਸਰ ਸਨ ਜਿਹੜੇ ਹਾਇਰ, ਹੋਮ ਸੈਕਟਰੀ ਵੀ ਉਹਨਾਂ ਨੂੰ ਹਾਇਰ ਗਿਣਿਆ ਜਾਂਦਾ ਸੀ ਉਸ ਵੇਲੇ, ਉਹਦੇ ਕੋਲ ਸ਼ਿਕਾਇਤ ਕੀਤੀ ਵੀ ਮੇਰੇ ਨਾਲ ਤੈਅ ਹੋਈ, ਇਹਦਾ ਕੁਛ ਕਰੋ। ਉਹਨਾਂ ਨੇ ਕਿਸੇ ਨੇ ਧਿਆਨ ਨਹੀਂ ਦਿੱਤਾ, ਕੋਈ ਉਹਦੀ ਕਾਰਵਾਈ ਨਹੀਂ ਹੋਈ। ਉਹਨੇ ਜਿਹੜਾ ਸੀ ਗਵਰਨਰ ਨੂੰ ਵੀ ਉਸ ਵੇਲੇ SS ਰੇ ਸੀ, ਉਹਨੂੰ ਵੀ ਅਪਰੋਚ ਕੀਤਾ ਵੀ ਮੇਰੇ ਨਾਲ ਇਸ ਤਰ੍ਹਾਂ ਹੋਈ ਹੈ ਅਤੇ ਉਹ ਤੁਸੀਂ ਇਹਦੇ ਨਾਲ ਜਿਹੜਾ ਮੈਨੂੰ ਇਨਸਾਫ ਦਿਓ, ਕੇਸ ਬਣਾਓ ਇਹਦੇ 'ਤੇ। ਗਵਰਨਰ ਨੇ ਰਬੇਰੋ ਉਹਦਾ ਐਡਵਾਈਜ਼ਰ ਸੀ ਉਸ ਵੇਲੇ, ਉਹਨੂੰ ਬੁਲਾਇਆ ਅਤੇ ਬੁਲਾ ਕੇ ਨਾਲ ਗਿੱਲ ਕੋ ਪੁੱਛਿਆ ਵੀ ਕੀ ਹੋਇਆ। ਉਹ ਮੰਨ ਗਿਆ ਵੀ ਮੈਂ ਇਸ ਤਰ੍ਹਾਂ ਗੱਲ ਕੀਤੀ ਹੈ। ਫਿਰ ਉਹਨੂੰ ਜਦੋਂ ਇਹ ਗੱਲ ਮੰਨ ਲਈ, ਉਹਦੇ ਕੋ ਜਿਹੜਾ ਹੈ ਮੈਡਮ ਬਜਾਜ ਨੂੰ ਕਿਹਾ ਵੀ ਇਹ ਤਾਂ ਹੁਣ ਮੰਨਦਾ ਅਤੇ ਇਹਦੇ ਕੋਲ ਮੁਆਫੀ ਮੰਗਵਾ ਦਿੰਦੇ ਹਾਂ। ਅਤੇ ਉਹਨਾਂ ਕਿਹਾ ਮੁਆਫੀ ਦੀ ਗੱਲ ਨਹੀਂ ਹੈਗੀ, ਇਹ ਗੱਲ ਹੈਗੀ ਆ ਜੁਰਮ ਦੀ, ਅਤੇ ਇਸ ਕਰਕੇ ਮੁਆਫੀ ਨਹੀਂ, ਇਹਦੇ 'ਤੇ ਕੇਸ ਬਣਨਾ ਚਾਹੀਦਾ। ਉਹਦੀਆਂ ਬੜੀਆਂ ਗਵਰਨਰ ਨੇ ਅਤੇ ਰਬੀਰੋ ਨੇ ਆਪਣੀਆਂ ਦਲੀਲਾਂ ਦਿੱਤੀਆਂ ਵੀ ਅਸੀਂ ਅੱਤਵਾਦ ਨਾਲ ਲੜ ਰਹੇ ਹਾਂ, ਇਹ ਬਹੁਤ ਵੱਡਾ ਆਫਿਸਰ ਹੈ ਸਾਡਾ, ਇਹਦੇ ਲਈ ਜਿਹੜਾ ਹੈ ਇਹਦੀ ਜ਼ਰੂਰੀ ਹੈ ਸਾਨੂੰ, ਅਤੇ ਇਹਦੇ 'ਤੇ ਕੇਸ ਬਣਨਾ ਬੜਾ ਔਖਾ ਹੈ। ਗਿੱਲ ਉਸ ਮੌਕੇ ਪੁਲਿਸ ਮੁਖੀ ਬਣ ਗਿਆ ਸੀ ਕਿ ਹੋਰ ਅਹੁਦੇ 'ਤੇ ਕੰਮ ਕਰਦਾ ਸੀ ਜਦੋਂ ਛੇੜਛਾੜ ਕੀਤੀ ਰੂਪਨਦੇਵ ਬਜਾਜ ਨਾਲ? ਉਦੋਂ ਮੁਖੀ ਸੀ ਜੀ, ਡਾਇਰੈਕਟਰ ਜਨਰਲ ਪੁਲਿਸ 'ਤੇ ਸੀ ਉਸ ਵੇਲੇ। ਅਤੇ ਉਹ ਜਦੋਂ ਉਹ ਸਲਾਹਕਾਰ ਬਣਿਆ ਸੀ ਰੇ ਦਾ? ਹਾਂ, ਉਦੋਂ ਓਕੇ, ਸਲਾਹਕਾਰ ਬਣ ਗਿਆ ਸੀ। ਰਬੀਰੋ ਤੋਂ ਬਾਅਦ ਫਿਰ ਇਹਨੂੰ ਲਾਇਆ ਗਿਆ ਨਾ। ਅਤੇ ਇਹ ਜਦੋਂ ਉਹ ਨਾ ਮੰਨੀ ਅਤੇ ਗਵਰਨਰ ਨੇ ਜਿਹੜਾ ਸੀ ਉਹ ਜਿਹੜਾ ਸੀ ਉਹਨੂੰ ਵੇਖਿਆ ਵੀ ਕੁਝ ਨਹੀਂ ਬਣਦਾ, ਅਤੇ ਮੈਡਮ ਨੇ ਸ਼ਿਕਾਇਤ ਦਿੱਤੀ, ਉਹਦੇ 'ਤੇ ਕੁਛ ਨਹੀਂ ਬਣਿਆ। ਉਹ ਉਹਨਾਂ ਨੇ ਰੋਲ ਨਾਲ ਦਿੱਤੀ। ਅਲਟੀਮੇਟਲੀ ਫਿਰ ਅਸੀਂ ਜਿਹੜਾ ਹੈ, ਮੈਂ ਵਕੀਲ ਦੇ ਤੌਰ 'ਤੇ ਉਹਨਾਂ ਨੂੰ ਪ੍ਰਾਈਵੇਟ ਕੰਪਲੇਂਟ ਕੀਤੀ। ਪ੍ਰਾਈਵੇਟ ਕੰਪਲੇਂਟ ਕਰਨ ਦੇ ਨਾਤੇ ਉਹਨਾਂ ਦੇ ਜਿਹੜਾ ਸੀ ਉਹਦੀ ਵੀ ਅਸੀਂ ਗਵਾਹੀ ਦਿੱਤੀ। ਕੰਪਲੇਂਟ ਤੁਸੀਂ ਸਿੱਧਾ ਕੋਰਟ 'ਚ ਪਾਈ ਕਿ ਪੁਲਿਸ 'ਚ ਦਿੱਤੀ? ਨਹੀਂ ਜੀ, ਪਹਿਲੇ ਤਾਂ ਜਿਹੜੀ ਪੁਲਿਸ ਦਿੱਤੀ ਸੀ ਉਹ ਮੈਡਮ ਨੇ ਦਿੱਤੀ ਸੀ, ਉਹਦੇ 'ਤੇ ਕੋਈ ਕਾਰਵਾਈ ਨਾ ਹੋਈ। ਨਾ ਕਾਰਵਾਈ ਹੋਣ ਦੇ ਨਾਲ ਫਿਰ ਅਸੀਂ ਪ੍ਰਾਈਵੇਟ ਕੰਪਲੇਂਟ ਕੀਤੀ। ਉਹ ਪ੍ਰਾਈਵੇਟ ਕੰਪਲੇਂਟ 'ਚ ਅਸੀਂ ਜਿਹੜਾ ਐਵੀਡੈਂਸ ਲੀਡ ਕੀਤਾ। ਇਹ ਅਲਟੀਮੇਟਲੀ ਇਨ ਦੀ ਮੀਨਵਾਈਲ ਜਿਹੜਾ ਹੈ ਕੇਸ ਚੱਲਦਾ ਚੱਲਦਾ ਸੁਪਰੀਮ ਕੋਰਟ ਚਲੇ ਗਿਆ। ਸੁਪਰੀਮ ਕੋਰਟ ਵਾਲਿਆਂ ਨੇ ਇਹ ਗੱਲ ਕਹਿ ਦਿੱਤੀ ਵੀ ਇਹ ਜਿਹੜਾ ਹੈ ਇਹ ਕੇਸ ਬਣਦਾ ਸੀ, ਤੁਸੀਂ ਗਲਤ ਇਹਦੇ 'ਤੇ ਨਹੀਂ ਇਨਵੈਸਟੀਗੇਸ਼ਨ ਕੀਤੀ, ਇਸ ਕਰਕੇ ਇਹਦਾ ਟਰਾਇਲ ਹੋਣਾ ਚਾਹੀਦਾ। ਉਹ ਟਰਾਇਲ ਹੋਣ ਦੇ ਨਾਤੇ ਫਿਰ ਜਿਹੜਾ ਸੀ ਉਹ ਕੇਸ ਵਾਪਸ ਆਣ ਕੇ ਇੱਥੇ ਪੁਲਿਸ ਕੇਸ ਅਤੇ ਜਿਹੜਾ ਕੰਪਲੇਂਟ ਕੇਸ ਸੀ ਸਾਡਾ ਦੋਨੋਂ ਇਕੱਠੇ ਹੋ ਗਏ, ਕਿਉਂਕਿ ਕਾਨੂੰਨ ਇਹ ਕਹਿੰਦਾ ਵੀ ਜਿੱਥੇ ਕੰਪਲੇਂਟ ਕੇਸ ਅਤੇ ਪੁਲਿਸ ਕੇਸ ਹੋਏ ਨਾ, ਉੱਥੇ ਕੰਪਲੇਂਟ ਕੇਸ ਜਿਹੜਾ ਦੂਜੇ ਕੇਸ ਦੇ ਨਾਲ ਚੱਲੇਗਾ। ਠੀਕ ਹੈ ਨਾ ਜੀ। ਉਹ ਫਿਰ ਅਸੀਂ ਉਸ ਕੇਸ ਦੇ ਵਿੱਚ ਜਿਹੜਾ ਸੀ ਇਹਦਾ ਟਰਾਇਲ ਸ਼ੁਰੂ ਹੋ ਗਿਆ, ਇਹਨੂੰ ਪੇਸ਼ ਕੀਤਾ ਗਿਆ। ਪੇਸ਼ ਜਦੋਂ ਇਹ ਹੋਇਆ ਹੈ, ਉਦੋਂ ਇੱਕ ਬੜੀ ਪੇਸ਼ ਹੋਣ ਤੋਂ ਪਹਿਲਾਂ KPS ਗਿੱਲ ਨੇ ਜ਼ਮਾਨਤ ਵੀ ਤਾਂ ਕਰਾਈ ਹੋਣੀ? ਹਾਂ, ਉਸੇ ਵੇਲੇ ਸਾਰੇ ਕਾਸੇ 'ਚ ਨਾ ਜੀ, ਉਸੇ ਦਿਨ ਫਿਰ ਜ਼ਮਾਨਤ ਹੋ ਜਾਂਦੀ ਸੀ, ਕਿਉਂਕਿ ਕੇਸ ਇਸ ਤਰ੍ਹਾਂ ਦਾ ਸੀ ਜਿਹੜੀ ਮੈਜਿਸਟਰੇਟ ਇਹਦਾ ਜ਼ਮਾਨਤ ਲੈ ਸਕਦੇ ਸੀ। ਇਹ ਜਦੋਂ ਕਿਉਂਕਿ ਇਹਨੂੰ ਹੰਕਾਰ ਤਾਂ ਬੜਾ ਸੀ, ਜਿੱਦਣ ਇਹ ਪਹਿਲੇ ਦਿਨ ਕੇਸ ਦੇ ਵਿੱਚ ਪੇਸ਼ ਹੋਇਆ ਨਾ, ਅਤੇ ਆਣ ਕੇ ਪਿੱਛੇ ਜਿਹੇ ਆਣ ਕੇ ਖਲੋ ਗਿਆ, ਅਤੇ ਪਿੱਛੇ ਜਿਹੇ ਆਣ ਕੇ ਖਲੋ ਗਿਆ। ਅਤੇ ਅਸੀਂ ਵਕੀਲ ਦੇ ਤੌਰ 'ਤੇ ਜਦੋਂ ਪੇਸ਼ ਹੋਇਆ ਤਾਂ ਮੈਂ ਜੱਜ ਨੂੰ, ਮੇਰੇ ਨਾਲ ਇੱਕ ਲੜਕੀ ਸੀ, ਮੈਂ ਉਹਨੂੰ ਪਹਿਲੇ ਸਮਝਾਇਆ ਸੀ, ਮੈਂ ਕਿਹਾ ਜੀ ਇਹ ਉਹਨੇ ਕਿਹਾ ਜੀ ਜੱਜ ਸਾਹਿਬ ਮੁਲਜ਼ਮ ਕਿੱਥੇ ਆ? ਅਤੇ ਜਦੋਂ ਉਹਨੇ ਉੱਚੀ ਸਾਰੀ ਕਿਹਾ ਅਤੇ ਗਿੱਲ ਇੱਕਦਮ ਆਣ ਕੇ ਡੌਕ 'ਚ ਗਿਆ ਜਿੱਥੇ ਮੁਲਜ਼ਮ ਖਲੋਂਦੇ ਸੀ। ਨਹੀਂ ਤਾਂ ਉਹ ਇਹ ਸਮਝਦਾ ਸੀ ਵੀ ਮੈਂ ਡੌਕ 'ਚ ਖਲੋਣਾ ਮੇਰੀ ਇੱਜ਼ਤ ਦੇ ਖਿਲਾਫ ਹੈ। ਸੋ ਉਸ ਤੋਂ ਬਾਅਦ ਫਿਰ ਇਹ ਕੇਸ ਜਿਹੜਾ ਸੀ ਉਸ ਅਦਾਲਤ ਦੇ ਵਿੱਚ ਚੱਲਦਾ ਰਿਹਾ। ਅਦਾਲਤਾਂ ਉਦੋਂ 17 ਸੈਕਟਰ 'ਚ ਹੁੰਦੀਆਂ ਸੀ। ਇਹ ਗੱਲ ਬਦਕਿਸਮਤੀ ਐਸੀ ਸੀ ਵੀ ਜਿੱਦਣ ਕੇਸ ਦੀ ਪੇਸ਼ੀ ਹੋਣੀ ਨਾ, ਉਦਣ ਪੁਲਿਸ ਵਾਲੇ ਨੇ, ਚੰਡੀਗੜ੍ਹ ਵਾਲੇ ਨੇ ਰੌਲਾ ਪਾ ਦੇਣਾ ਬੰਬ ਦੀ ਜਿਹੜੀ ਹੈ ਹੋਅਕਸ ਹੋ ਗਿਆ ਅਤੇ ਬੰਬ ਦਾ ਖਤਰਾ ਜੀ, ਅਦਾਲਤਾਂ ਵੇਲੀਆਂ ਕਰੋ। ਉਹ ਮਤਲਬ ਸਾਡੀਆਂ ਕਈ ਦਰਜਨ ਦੇ ਲਗ ਪੇਸ਼ੀਆਂ ਇੱਦਾਂ ਟੁੱਟ ਗਈਆਂ। ਇਹ ਜਾਣ ਬੁੱਝ ਕੇ ਕਰਾਇਆ ਜਾਂਦਾ ਸੀ ਤਾਂ ਕਿ ਇਹ ਕੇਸ ਜਿਹੜਾ ਹੈ ਲੰਬਾ ਹੋਵੇ, ਲੰਬਾ ਹੋਵੇ, ਲੰਬਾ ਹੋਵੇ। ਉਹ ਅਲਟੀਮੇਟਲੀ ਜਦੋਂ ਅਸੀਂ ਇਹ ਗੱਲ ਜਿਹੜੀ ਹੈ ਇਹਦੇ 'ਤੇ ਪ੍ਰੋਟੈਸਟ ਕੀਤਾ ਵੀ ਇਹ ਸਾਰਾ ਬੋਗਸ ਕੰਮ ਹੋ ਰਿਹਾ, ਹਾਈ ਕੋਰਟ ਨੇ ਜਿਹੜਾ ਸੀ ਉਹ ਟਰਾਇਲ ਜਿਹੜਾ ਸੀ ਉਹ ਪੁਲਿਸ ਲਾਈਨਸ ਸੈਕਟਰ 29 'ਚ ਤਬਦੀਲ ਕਰ ਦਿੱਤਾ ਤਾਂ ਕਿ ਉੱਥੇ ਨਾ ਕੋਈ ਬੰਬ ਹੌਕਸ ਹੋਏ ਅਤੇ ਨਾ ਕੋਈ ਜਿਹੜਾ ਉੱਥੋਂ ਪ੍ਰੋਸੀਡਿੰਗ ਜਿਹੜਾ ਸੀ। ਸੋ ਉਸ ਕੇਸ ਨੂੰ ਫਿਰ ਅਸੀਂ ਜਿਹੜਾ ਹੈ ਸੈਕਟਰ 29 ਪੁਲਿਸ ਲਾਈਨ 'ਤੇ ਜਿਹੜਾ ਉਹਨਾਂ ਦਾ ਹਾਲ ਸੀ ਉਹਦੇ 'ਚ ਟਰਾਇਲ ਕਰਦੇ ਰਹੇ। ਉਹਦੇ 'ਚ ਉੱਥੇ ਜਾਂਦਾ ਹਮਲਾ ਪਹਿਲਾਂ ਲੈ ਕੇ ਪੂਰਾ, ਹਾਂਜੀ,
ਜੱਜ ਸਾਰੀ ਕੋਰਟ ਉੱਥੇ ਲੱਗਦੀ ਜਾਣੀ ਉਹ ਕੋਰਟ ਜਾਂਦੀ ਸੀ। ਉਹਦੇ 'ਚ ਸਾਡੇ ਲਈ ਸਾਡੀ ਬੜੀ ਇਹ ਪ੍ਰੋਬਲਮ ਪੈਦਾ ਕਰਨੀ। ਇਹਨਾਂ ਨੇ ਗਿੱਲ ਜਿਹੜਾ ਮੁਲਜ਼ਮ ਸੀ ਉਹਦੇ ਆਉਣਾ ਜਦੋਂ ਤਾਂ ਉਹਦੀ ਗੱਡੀ ਜਾ ਕੇ ਉੱਥੇ ਅੱਗੇ ਲਵਾ ਦੇਣੀ। ਸਾਨੂੰ ਜਦੋਂ ਇੱਕ ਦਿਨ ਅਸੀਂ ਗੱਡੀ ਲੈ ਕੇ ਗਏ ਅਤੇ ਮੈਡਮ ਬਜਾਜ ਅਤੇ ਬਜਾਜ ਵੀ ਮੇਰੇ ਨਾਲ ਸਨ, ਉਹ ਸਾਨੂੰ ਕਹਿੰਦੇ ਜੀ ਤੁਸੀਂ ਗੱਡੀ ਉਹ ਦੂਰ ਲਾ ਕੇ ਆਓ। ਉਹਨਾਂ ਨੇ ਰਾਹ ਰੋਕ ਦਿੱਤਾ, ਗੇਟ ਬੰਦ ਕਰ ਦਿੱਤਾ। ਉਹ ਮੈਂ ਕਿਹਾ ਜੇ ਮੁਲਜ਼ਮ ਅੰਦਰ ਜਾ ਸਕਦਾ, ਅਸੀਂ ਕੌਂਸਲ ਹਾਂ ਕੰਪਲੇਨੈਂਟ ਦੇ, ਤੁਸੀਂ ਸਾਨੂੰ ਕਿੱਦਾਂ ਰੋਕ ਸਕਦੇ ਆ? ਹਾਲੇ ਪੀ ਅੱਗੇ ਜਾ, ਪੀ ਦੇ ਨਾਲ ਮੈਂ ਉਸ ਤਰ੍ਹਾਂ ਦਾ ਵਕੀਲ ਹਾਂ ਜਿੱਦਾਂ ਉਹ ਤਾਂ ਅਸੀਂ ਨਹੀਂ ਸਾਨੂੰ ਉਹ ਨਾਲ ਜਾਣ ਦੇਣ। ਅਸੀਂ ਗੱਡੀ ਜਿਹੜੀ ਮੈਂ ਗੇਟ ਦੇ ਵਿੱਚ ਲਾ ਦਿੱਤੀ ਵੀ ਜੇ ਤੁਸੀਂ ਸਾਨੂੰ ਅੱਗੇ ਨਹੀਂ ਜਾਣ ਦਿਓਗੇ ਅਸੀਂ ਬਲੌਕ ਹੀ ਕਰ ਦਿੱਤੀ। ਅਜੇ ਜੱਜ ਨਹੀਂ ਸੀ ਆਇਆ ਉਸ ਵੇਲੇ। ਉਹਨਾਂ ਨੇ ਜਦੋਂ ਵੇਖਿਆ ਉਹ ਕਹਿੰਦੇ ਜੀ ਤੁਸੀਂ ਗੱਡੀ, ਮੈਂ ਕਿਹਾ ਜੀ ਤੁਸੀਂ ਚੁੱਕ ਕੇ ਜਿੱਥੇ ਮਰਜ਼ੀ ਲੈ ਜਾਓ, ਮੈਂ ਤਾਂ ਨਹੀਂ ਕਰਦਾ ਹੁਣ। ਉਹ ਜਦੋਂ ਗੱਡੀ ਅੱਗੇ ਲਾ ਗਈ ਉਹਨਾਂ ਨੇ ਆਪਣੇ ਅਫਸਰਾਂ ਨਾਲ ਗੱਲ ਕੀਤੀ ਵੀ ਇਹ ਤਾਂ ਇੱਥੇ ਝਗੜਾ ਹੋ ਗਿਆ। ਉਹਨਾਂ ਨੇ ਕਿਹਾ ਨਹੀਂ ਵੀ ਇਹਨਾਂ ਨੂੰ ਤੁਸੀਂ ਗੱਡੀ ਜਿਹੜੀ ਹੈ ਅੱਗੇ ਜਾਣ ਦਿਓ, ਅਤੇ ਉਹਦਾ ਕਾਰਨ ਹੋਇਆ ਵੀ ਅਸੀਂ ਜਿਹੜਾ ਹੈ ਗੱਡੀ ਅੱਗੇ ਲੈ ਕੇ ਗਏ। ਇੱਕ ਦਿਨ ਹੋਰ ਬੜਾ ਵਧੀਆ ਹਾਦਸਾ ਹੋਇਆ ਵੀ ਜਦੋਂ ਅਸੀਂ ਅਦਾਲਤ ਕਰ ਰਹੇ ਸੀ, ਅਦਾਲਤ ਦੇ ਵਿੱਚ ਚਿੱਟ ਕੱਪੜੇ ਬਹੁਤ ਹੀ ਆਦਮੀ ਆਣ ਕੇ 5-7 ਬੈਠ ਗਏ। ਉਹ ਮੈਨੂੰ ਪਤਾ ਲੱਗ ਗਿਆ ਵੀ ਇਹ ਪੁਲਿਸ ਵਾਲੇ ਸਿਵਲ ਕਲੋਜ਼ 'ਚ ਆਏ ਨੇ ਔਰ ਉਹਨਾਂ ਨੇ ਵੈਪਨ ਵੀ ਉਹਨਾਂ ਕੋਲ ਹੈਗੇ ਥੱਲੇ ਕੱਪੜਿਆਂ ਦੇ। ਅਤੇ ਮੈਂ ਖੜੋ ਕੇ ਜੱਜ ਨੂੰ ਕਿਹਾ, ਮੈਂ ਕਿਹਾ ਜੱਜ ਸਾਹਿਬ ਤੁਸੀਂ ਅਦਾਲਤ ਦੇ ਵਿੱਚ ਵੈਪਨ ਲਿਆਉਣ ਦੀ ਕੁਝ ਲੋਕਾਂ ਨੂੰ ਇਜਾਜ਼ਤ ਦਿੱਤੀ ਹੈ? ਉਹ ਕਹਿੰਦਾ ਨਹੀਂ ਐਸੀ ਤਾਂ ਹੋ ਨਹੀਂ ਸਕਦੀ। ਮੈਂ ਕਿਹਾ ਜੀ ਇੱਥੇ ਤਾਂ ਲੋਕ ਵੈਪਨ ਲੈ ਕੇ ਬੈਠੇ ਨੇ। ਕਹਿੰਦੇ ਕੌਣ ਨੇ? ਉਹ ਜਦੋਂ ਮੈਂ ਇੰਨੀ ਗੱਲ ਕਹੀ ਉਹ ਸਾਰੇ ਬੰਦੇ ਦੌੜ ਗਏ। ਮਤਲਬ ਇੰਨੀ ਆਪਸ ਵਿੱਚ ਇਹ ਦਹਿਸ਼ਤ ਫੈਲਾਉਣ ਦੀ ਗੱਲ ਕਰਦੇ ਸੀ। ਇੱਕ ਹੋਰ ਬੜਾ ਇਸ ਕੇਸ ਦੇ ਵਿੱਚ ਵਾਕਿਆ ਹੋਇਆ ਵੀ ਇਹਦੇ ਵਿੱਚ ਡਿਫੈਂਸ ਦੇ ਵਿੱਚ ਰਬੀਰੋ ਵੀ ਗਵਾਹ ਪੇਸ਼ ਹੋਇਆ, ਮਤਲਬ ਸਾਡੇ ਖਿਲਾਫ। ਰੇ ਵੀ ਸਾਡੇ ਖਿਲਾਫ ਪੇਸ਼ ਹੋਇਆ। ਕੀ ਗਵਾਹੀ ਦਿੱਤੀ ਉਹਨਾਂ ਨੇ ਉਹਨੂੰ KPS ਗਿੱਲ ਨੂੰ ਬਚਾਉਣ ਵਾਸਤੇ ਜਦੋਂ ਪੇਸ਼ ਹੋਏ? ਉਹਨਾਂ ਕੀ ਕਹਿਣਾ ਸੀ? ਉਹਨਾਂ ਨੇ ਇਹੋ ਗੱਲ ਕੀਤੀ ਵੀ ਇਹ ਜੀ ਛੋਟਾ ਜਿਹਾ ਇੰਸੀਡੈਂਟ ਹੋਇਆ ਸੀ, ਇਹਦੇ 'ਚ ਸਾਡੇ ਕੋਲ ਕੰਪਲੇਂਟ ਆਈ ਸੀ, ਅਸੀਂ ਕੁਛ ਦੇਖਿਆ ਨਹੀਂ, ਇਹਦੇ 'ਚ ਅਸੀਂ ਦਾਖਲ ਦਫ਼ਤਰ ਕਰਤੀ, ਅਸੀਂ ਕੋਈ ਐਕਸ਼ਨ ਨਹੀਂ ਲਿਆ। ਉਹਦੇ 'ਚ ਸਾਨੂੰ ਇਹ ਪਤਾ ਸੀ ਵੀ ਇਹ ਰਿਵਿਊਅਰ ਨੇ ਇੱਕ ਨੋਟ ਦਿੱਤਾ ਹੈ ਵੀ ਗਿੱਲ ਜਿਹੜਾ ਹੈ ਉਹਨੇ ਇਸ ਤਰ੍ਹਾਂ ਬੱਟਕ ਇਹਨੂੰ ਕਹਿੰਦੇ ਆ ਪਿੱਛੇ ਨੂੰ, ਉਹਦੇ 'ਤੇ ਇਹਦੇ ਥੱਪੜ ਮਾਰਿਆ ਜਾਂ ਉਹਦੇ 'ਤੇ ਛੇੜਛਾੜ ਕੀਤੀ ਹੈ। ਉਹ ਅਸੀਂ ਕਿਹਾ ਜੀ ਉਹ ਨੋਟ ਪੇਸ਼ ਕਰੋ। ਇਹ ਅਪੋਜ਼ ਕਰਨ ਵੀ ਉਹ ਤਾਂ ਜੀ ਪ੍ਰਿਵਿਲੇਜ ਡਾਕੂਮੈਂਟ ਅਸੀਂ ਉਹ ਨਹੀਂ ਕਰ ਸਕਦੇ। ਅਲਟੀਮੇਟਲੀ ਅਸੀਂ ਅਦਾਲਤ ਨੇ ਹੁਕਮ ਕਰ ਦਿੱਤਾ ਵੀ ਉਹ ਪੇਸ਼ ਕਰੋ। ਉਹ ਪੇਸ਼ ਕੀਤਾ, ਉਹਦੇ ਵਿੱਚ ਸਾਡੇ ਹੱਕ 'ਚ ਜਾਂਦੀ ਸੀ। ਉਹ ਜਦੋਂ ਅਸੀਂ ਗਵਰਨਰ ਨੂੰ ਪੁੱਟ ਕੀਤਾ, ਗਵਰਨਰ ਜਿਹੜਾ ਹੈ ਉਹ ਗੱਲ ਜਿਹੜੀ ਹੈ ਇਰਦ ਗਿਰਦ ਦੀ ਕਰੇ। ਅਦਾਲਤ ਦੇ ਵਿੱਚ ਉਸ ਗਵਰਨਰ ਨੂੰ ਓਪਨਲੀ ਅਸੀਂ ਇੱਥੋਂ ਤੱਕ ਕੀਤਾ ਵੀ ਜੱਜ ਸਾਹਿਬ ਇਸ ਨਾਲ ਦਾ ਝੂਠਾ ਆਦਮੀ ਅਜੇ ਤੱਕ ਨਹੀਂ ਕੋਈ ਇਨਸਾਫ ਦੇਣ ਆਇਆ, ਇਹ ਗਲਤ ਅਗਵਾਈ ਦੇ ਰਿਹਾ, ਇਹਦੀ ਜਿਹੜੀ ਹੈਗੀ ਆ ਇਹਦੀ ਇੰਟੈਗਰਿਟੀ ਐਜ਼ ਏ ਵਿਟਨੈਸ ਬਿਲਕੁਲ ਜ਼ੀਰੋ ਹੈ। ਜਦੋਂ ਇਹ ਅਸੀਂ ਐਡੀ ਵੱਡੀ ਗੱਲ ਕਹੀ, ਰੇਤ ਰੋ ਪਿਆ, ਕਹਿੰਦਾ ਜੀ ਮੈਂ ਚੀਫ ਮਿਨਿਸਟਰ ਰਹਿ ਚੁੱਕਾ ਹੈ, ਮੈਂ ਲਾ ਮਿਨਿਸਟਰ ਰਹਿ ਚੁੱਕਾ ਹੈ ਗਵਰਨਮੈਂਟ ਆਫ ਇੰਡੀਆ ਦਾ, ਮੈਂ ਸੀਨੀਅਰ ਐਡਵੋਕੇਟ ਰਹਿ ਚੁੱਕਾ ਹੈ ਅਤੇ ਮੈਂ ਗਵਰਨਰ ਇੱਥੋਂ ਪੰਜਾਬ ਦਾ ਰਹਿ ਚੁੱਕਾ। ਮੇਰੀ ਬੜੀ ਬੇਇੱਜ਼ਤੀ ਕੀਤੀ ਇਹਨਾਂ। ਤਾਂ ਮੈਂ ਉਹਨਾਂ ਨੂੰ ਕਿਹਾ ਜੀ ਬੇਇੱਜ਼ਤੀ ਕਿ ਜਦੋਂ ਝੂਠੇ ਆਦਮੀ ਦੀ ਬੇਇੱਜ਼ਤੀ ਤਾਂ ਹੋਣੀ ਆ। ਮਤਲਬ ਅਸੀਂ ਉਸ ਦਿਨ ਉਹਨੂੰ ਵੇਖਿਆ ਓਪਨ ਕੋਰਟ 'ਚ ਰੋਂਦਾ। ਠੀਕ ਆ, ਹੁਣ ਲੈਂਦੇ ਇੱਕ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। KPS ਗਿੱਲ ਦੇ ਖਿਲਾਫ ਜੋ ਕੇਸ ਚੱਲਿਆ, ਕਿੱਦਾਂ ਇਹਨਾਂ ਨੇ ਦਲੇਰੀ ਦਿਖਾਈ, ਕਿੱਦਾਂ ਰੂਪਨ ਦਿਓਲ ਬਜਾਜ ਵੀ ਚਟਾਨ ਵਾਂਗੂ ਖੜੇ ਰਹੇ, ਸਾਰੀ ਗੱਲਬਾਤ ਕਰਾਂਗੇ। ਅਸੀਂ ਗੱਲ ਕਰ ਰਹੇ ਹਾਂ KPS ਗਿੱਲ 'ਤੇ ਜਿਹੜਾ ਕੇਸ ਚੱਲਿਆ ਸੀ। ਪੰਜਾਬ ਪੁਲਿਸ ਮੁਖੀ ਹੁੰਦੇ ਹੋਏ ਉਹਨਾਂ ਨੂੰ ਕੇਸ ਦਾ ਸਾਹਮਣਾ ਕਰਨਾ ਪਿਆ। ਕੀ ਸੀ ਮਾਮਲਾ? ਚਹਿਲ ਸਾਹਿਬ, ਜਦੋਂ ਕੇਸ ਚੱਲਿਆ ਕਿੰਨੀਆਂ ਕੁ ਪੇਸ਼ੀਆਂ ਪਈਆਂ ਅਤੇ ਕਿੱਥੇ ਕਿਹੜੀ ਸਟੇਜ 'ਤੇ ਪਹੁੰਚਿਆ ਕੇਸ? ਇਹ ਦੇਖੋ ਕੇਸ ਪੇਸ਼ੀਆਂ ਦਰਜਨਾਂ ਦੇ ਲਗਭਗ ਪਈਆਂ ਨੇ। ਅਲਟੀਮੇਟਲੀ ਇਹ ਕੇਸ ਜਿਹੜਾ ਸੀ ਉਹ ਫੈਸਲਾ ਹੋ ਗਿਆ। CJM ਸਨ ਉੱਥੇ ਸਦਰਸ਼ਨ ਸਿੰਘ ਉਸ ਵੇਲੇ ਜਿਨ੍ਹਾਂ ਨੇ ਫੈਸਲਾ ਕੀਤਾ। ਫੈਸਲਾ ਉਹਨਾਂ ਨੇ ਮੁੱਢਲੇ 'ਚ ਇਹਨੂੰ 6 ਮਹੀਨੇ ਦੀ ਕੈਦ ਕੀਤੀ ਅਤੇ ਕੁਝ ਜੁਰਮਾਨਾ ਕੀਤਾ ਸੀ। ਜੁਰਮਾਨਾ ਫਿਰ ਇਹ KPS ਗਿੱਲ ਨੇ ਅਪੀਲ ਕੀਤੀ ਸੀ। ਅਪੀਲ ਅਮਰਤਤ ਸੈਸ਼ਨ ਜੱਜ ਸੀ ਉਸ ਵੇਲੇ, ਉਹਨ ਸੁਣੀ ਅਤੇ ਸੁਣਨ ਦੇ ਨਾਤੇ ਜਿਹੜਾ ਸੀ ਉਹਦੀ 6 ਮਹੀਨੇ ਦੀ ਕੈਦ ਜਿਹੜੀ ਸੀ ਉਹ ਮਾਫ਼ ਕਰ ਦਿੱਤੀ ਸੀ। ਉਹਨੂੰ ਪ੍ਰੋਬੇਸ਼ਨ ਦੇ ਦਿੱਤੀ ਸੀ। 2 ਲੱਖ ਰੁਪਈਆ ਉਹਨੂੰ ਜੁਰਮਾਨਾ ਕੀਤਾ ਗਿਆ ਸੀ, ਜਿਹਦੇ ਵਿੱਚੋਂ ਕੁਝ ਪੈਸੇ ਉਹਨਾਂ ਨੇ ਹੁਕਮ ਕੀਤਾ ਸੀ ਵੀ ਇਹ ਕੰਪਲੇਨੈਂਟ ਨੂੰ ਮਿਲ ਸਕਦੇ ਨੇ, ਕੁਝ ਸਟੇਟ ਨੂੰ ਜਾਣੇ ਸੀ। ਉਹ ਕੇਸ ਜਿਹੜਾ ਸੀ ਉਹ ਫਿਰ ਗਿੱਲ ਨੇ ਅੱਗੇ ਫਿਰ ਉਹਦੀ ਹਾਈ ਕੋਰਟ 'ਚ ਰਿਵੀਜ਼ਨ ਕੀਤੀ।
ਉਹ ਰਿਵੀਜ਼ਨ ਉਹਦੀ ਖਾਰਜ ਹੋ ਗਈ। ਜੋ ਸੈਸ਼ਨ ਜੱਜ ਨੇ ਫੈਸਲਾ ਸੀ ਵੀ ਉਹਨੂੰ ਕੈਦ ਜਿਹੜੀ ਮਾਫ ਪ੍ਰੋਬੇਸ਼ਨ 'ਤੇ ਦੇ ਦਿੱਤੀ ਜਾਵੇ ਅਤੇ ਜੁਰਮਾਨਾ ਜਿਹੜਾ ਉਸੇ ਤਰ੍ਹਾਂ ਰਹੇਗਾ। ਇਸ ਕੇਸ 'ਚ ਇੱਕ ਕੁਝ ਸਮਾਂ ਇਹ ਵੀ ਆਇਆ ਜਦੋਂ ਰੂਪਨ ਦਿਓਲ ਫੈਮਿਲੀ ਕੇਸ ਨੂੰ ਵਾਪਸ ਵੀ ਲੈਣਾ ਚਾਹੁੰਦੀ ਸੀ ਵੀ ਇਹ ਬੜੀ ਵੱਡੀ ਤਾਕਤ ਵਾਲਾ ਬੰਦਾ KPS ਗਿੱਲ, ਆਪਾਂ ਇਹਦੇ ਖਿਲਾਫ ਇੰਨਾ ਲੜਿਆ ਨਹੀਂ ਜਾਣਾ। ਜਿਸ ਤਰ੍ਹਾਂ ਪੰਜਾਬ ਦੇ ਹੋਰ ਲੋਕ ਕਈ ਕੇਸ ਨਹੀਂ ਕਰ ਸਕੇ ਸਨ, ਨਜਾਇਜ਼ ਪੁਲਿਸ ਮੁਕਾਬਲੇ ਵੀ ਹੋਏ, ਹਿਰਾਸਤਾਂ ਵੀ ਹੋਈਆਂ, ਬਾਅਦ 'ਚ ਕੇਸ ਹੋਣ ਲੱਗੇ ਸਾਰੇ। ਉਹ ਮੌਕੇ ਉਹ ਵੀ ਥੋੜ੍ਹਾ ਖੌਫ ਅਤੇ ਡਰ ਵਿੱਚ ਸਨ ਉਹ ਫੈਮਿਲੀ। ਦੇਖੋ ਕੇਸ ਬੜਾ ਮੁਸ਼ਕਿਲ ਸੀ ਅਤੇ ਇਹ ਇਸ ਤਰ੍ਹਾਂ ਬਹੁਤ ਵੱਡੇ ਰੁਤਬੇ ਵਾਲੇ ਪਰਿਵਾਰ ਸਨ ਅਤੇ ਜਦੋਂ ਉਹਨਾਂ ਨੇ ਵੇਖਿਆ ਵੀ ਪੁਲਿਸ ਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ, ਸਾਡੇ ਗਵਰਨਰ ਨੇ ਕੋਈ ਰਾਹ ਨਹੀਂ ਦਿੱਤਾ, ਪੁਲਿਸ ਵਾਲੇ ਕੇਸ ਰਜਿਸਟਰ ਕਰਕੇ ਉਹਨੂੰ ਜੁਆਇਨ ਵੀ ਨਹੀਂ ਕਰਵਾ ਰਹੇ ਅਤੇ ਲਗਭਗ ਕੇਸ ਬੰਦ ਹੀ ਕਰ ਦਿੱਤਾ। ਬੰਦ ਕਰਨ ਤੋਂ ਬਾਅਦ ਫਿਰ ਹਾਈ ਕੋਰਟ ਅਸੀਂ ਗਏ ਵੀ ਇਹਨਾਂ ਨੇ ਗਲਤ ਬੰਦ ਕੀਤਾ, ਹਾਈ ਕੋਰਟ ਨੇ ਸਾਡੀ ਖਾਰਜ ਕਰ ਦਿੱਤੀ। ਫਿਰ ਉਸ ਤੋਂ ਬਾਅਦ ਸੁਪਰੀਮ ਕੋਰਟ ਜਾਣਾ, ਇਹ ਬੜਾ 8-9 ਸਾਲ ਦਾ ਵਕਫਾ ਸੀ। ਇਸ ਵਕਫੇ ਦੇ ਵਿੱਚ ਇਸ ਤਰ੍ਹਾਂ ਦਾ ਪਰਿਵਾਰ ਜਿਹੜਾ ਹਾਈਲੀ ਪਲੇਸਡ ਹੋਏ, ਉਹਦੇ 'ਤੇ ਕਿੰਨੀ ਵੱਡੀ ਪਰੇਸ਼ਾਨੀ ਹੋਏਗੀ, ਕਿੰਨਾ ਵੱਡਾ ਉਹਨਾਂ ਦਾ ਜਿਹੜਾ ਰੁਤਬੇ ਦੇ ਵਿੱਚ ਜਿਹੜਾ ਹੈ ਉਹਦੇ 'ਚ ਰੁਕਾਵਟ ਹੋਏਗੀ। ਹਾਂਜੀ, ਇਸ ਕਰਕੇ ਪਰੇਸ਼ਾਨੀ ਹੋਣ ਕਰਕੇ ਜਦੋਂ ਆਦਮੀ ਇਸ ਤਰ੍ਹਾਂ ਦੀਆਂ ਪਰਿਸਥਿਤੀਆਂ 'ਚ ਫਸਦਾ ਹੈ, ਔਖੀਆਂ 'ਚ, ਫਿਰ ਕਈ ਦਫਾ ਉਹ ਮਹਿਸੂਸ ਕਰਦਾ ਹੈ ਵੀ ਇਹ ਕੇਸ ਜਿਹੜਾ ਸੀ ਇਹ ਨਹੀਂ ਸੀ ਕਰਨਾ ਚਾਹੀਦਾ। ਇਹ ਗੱਲ ਜਿਹੜੀ ਹੈਗੀ ਆ ਇਹ ਦਰੁਸਤ ਹੈ ਵੀ ਪਿੱਛੋਂ ਜਾ ਕੇ ਇਹ ਫੀਲਿੰਗ ਮਹਿਸੂਸ ਹੋਈ ਹੈ ਵੀ ਇਹ ਕੇਸ ਕਰਕੇ ਅਸੀਂ ਬਹੁਤ ਹੀ ਮੁਸ਼ਕਿਲ 'ਚ ਪੈ ਰਹੇ ਹਾਂ ਅਤੇ ਜੇ ਨਾ ਵੀ ਕਰਦੇ ਠੀਕ ਸੀ। ਲੇਕਿਨ ਜਦੋਂ ਸਕਸੈਸਫੁਲ ਹੋ ਗਿਆ, ਇਸ ਕੇਸ ਨੇ ਬਹੁਤ ਹੀ ਇੱਕ ਵੱਡਾ ਮੈਸੇਜ ਦਿੱਤਾ ਹੈ। ਇਸ ਕੇਸ ਨੇ ਜਿਹੜਾ ਹੈ ਵੂਮੈਨ ਸੈਕਸੁਅਲ ਹਰਾਸਮੈਂਟ ਹੈ ਨਾ, ਉਹਦੇ ਵਿੱਚ ਵੱਡੀ ਤਬਦੀਲੀ ਲਿਆਂਦੀ। ਹਰ ਇੱਕ ਔਰਤ ਨੂੰ ਜਿੱਥੇ ਨੁਕਸਾਨ ਪਹੁੰਚਾਇਆ ਜਾਂਦਾ ਸੀ, ਚਾਹੇ ਸੈਕਸੁਅਲ ਹਰਾਸ ਕੀਤਾ ਜਾਂਦਾ ਸੀ, ਉਹ ਇੱਕਦਮ ਸ਼ਿਕਾਇਤ 'ਚ ਆ ਗਈ। ਸ਼ਿਕਾਇਤ 'ਚ ਆਉਣ 'ਚ ਫਿਰ ਸੁਪਰੀਮ ਕੋਰਟ ਨੇ ਗਾਈਡਲਾਈਨ ਦਿੱਤੀ ਵੀ ਇਹਦੇ 'ਚ ਤੁਸੀਂ ਕਮੇਟੀਆਂ ਬਣਾਓ। ਹਰ ਇੱਕ ਡਿਪਾਰਟਮੈਂਟ 'ਚ, ਹਰ ਇੱਕ ਸਿਸਟਮ 'ਚ ਕਮੇਟੀ ਹੋਣੀ ਚਾਹੀਦੀ, ਜਿੱਥੇ ਕੋਈ ਔਰਤ ਸ਼ਿਕਾਇਤ ਕਰਦੀ ਹੈ ਉਹ ਤਾਂ ਕਿ ਆਪਣੀ ਸ਼ਿਕਾਇਤ ਕਰ ਸਕੇ ਉਹਦਾ ਫੈਸਲਾ ਕਰੋ। ਇਹ ਇਸੇ ਫੈਸਲੇ ਦਾ ਨਤੀਜਾ ਸੀ। ਇਸ ਫੈਸਲੇ ਨੇ ਇੱਕ ਹੋਰ ਦਿੱਤਾ ਵੀ ਉਸ ਵੇਲੇ ਜਦੋਂ ਇਹਨੂੰ ਕੈਦ ਹੋਈ ਹੈ ਨਾ ਗਿੱਲ ਨੂੰ, ਕੁਛ 3-4 ਕੇਸ ਇੱਕਦਮ ਹੀ ਮੇਰੇ ਕੋਲ ਆ ਗਏ। ਹੋਰ ਔਰਤਾਂ ਆਈਆਂ ਜਿਨ੍ਹਾਂ ਨੇ ਉਸ ਵੇਲੇ ਦੇ ਐਡੀਸ਼ਨਲ ADGP ਦੇ ਖਿਲਾਫ ਸ਼ਿਕਾਇਤਾਂ ਕੀਤੀਆਂ ਵੀ ਇਹਨਾਂ ਨੇ ਸਾਨੂੰ ਸੈਕਸੁਅਲ ਹਰਾਸ ਕੀਤਾ। ਉਹਨਾਂ ਦੇ ਅਸੀਂ ਜਦੋਂ ਉਹਨਾਂ ਦੇ ਪ੍ਰੋਸੀਕਿਊਟ ਕੀਤਾ ਉਹਨਾਂ ਨੂੰ, 1-2 ਨੂੰ, ਉਹਨਾਂ ਨੇ ਉਸ ਔਰਤ ਕੋਲੋਂ ਮੁਆਫੀ ਮੰਗ ਕੇ ਉਹ ਕੇਸ ਵਾਪਸ ਹੋਇਆ। ਏਡੀ ਵੱਡੀ ਇਸ ਕੇਸ ਦੀ ਦੇਣ ਸੀ। ਇਹ ਜੇ ਕੇਸ ਨਾ ਹੁੰਦਾ ਤਾਂ ਮੇਰੇ ਖਿਆਲ ਆ ਪੁਲਿਸ ਵਾਲੇ ਤਾਂ ਅੱਗੇ ਹੀ ਬੜੀਆਂ ਜ਼ਿਆਦਤੀਆਂ ਕਰਦੇ ਨੇ, ਚਾਹੇ ਇਹ ਜਿਹੜੀਆਂ ਔਰਤਾਂ ਦੇ ਖਿਲਾਫ ਅੱਗੇ ਹੀ ਬੜੀਆਂ ਨੁਕਸਾਨਵੰਦ ਲੋਕ ਕਾਰਵਾਈਆਂ ਕਰਦੇ ਨੇ, ਇਹ ਫਿਰ ਅਸਮਾਨ ਨੂੰ ਚੜ੍ਹ ਜਾਂਦੀਆਂ। ਇਸ ਕੇਸ ਨੇ ਬਹੁਤ ਵੱਡੀ ਬੰਦਿਸ਼ ਪਾਈ। ਜਿਹੜੀ ਸੈਕਸੁਅਲ ਹਰਾਸਮੈਂਟ ਔਰਤਾਂ ਦੀ ਆ ਉਹ ਘਟਦੀ ਗਈ ਅਤੇ ਉਹਨਾਂ ਨੇ ਵੀ ਇਹ ਮਹਿਸੂਸ ਕੀਤਾ ਵੀ ਜੇ ਸਾਨੂੰ ਕੋਈ ਸੈਕਸੁਅਲੀ ਨੁਕਸਾਨ ਪਹੁੰਚਾਉਂਦਾ ਹੈ, ਉਹਨਾਂ ਨੇ ਸ਼ਿਕਾਇਤ ਕਰਨ ਦਾ ਤਰੀਕਾ ਸੀ, ਉਹ ਸ਼ਿਕਾਇਤਾਂ ਦੇ ਰਾਹੀਂ ਉਹਨਾਂ ਦੇ ਨਾਲ ਉਹਨਾਂ ਨੂੰ ਇਨਸਾਫ ਮਿਲਦਾ ਰਿਹਾ। ਜਿਹੜਾ ਹੁਣ ਕਾਨੂੰਨ ਬਣਿਆ ਕਾਫੀ ਸਖਤ ਹੈ ਔਰਤ ਦੇ ਪੱਖ ਦੇ ਵਿੱਚ। ਜੇ ਉਹਨਾਂ ਨਾਲ ਕੋਈ ਗਲਤ ਬਿਹੇਵ ਕਰਦਾ, ਛੇੜਛਾੜ ਕਰਦਾ, ਉਹਦਾ ਮੁੱਢ ਮੈਨੂੰ ਲੱਗਦਾ ਉਸ ਕੇਸ ਤੋਂ ਬੰਨ੍ਹਿਆ ਗਿਆ। ਹੁਣ ਉਸ ਤੋਂ ਬਾਅਦ ਥੋੜ੍ਹੀ ਜਾਗਰਤੀ ਵੀ ਆਈ, ਸਰਕਾਰਾਂ ਵੀ ਸੋਚਣ ਲੱਗੀਆਂ ਕਿਤੇ ਨਾ ਕਿਤੇ ਉਸ ਕੇਸ ਦਾ ਵੀ ਅਸਰ ਹੈ ਸਾਰੇ ਕਾਸੇ 'ਤੇ। ਉਸ ਕੇਸ ਦਾ ਫਰਕ ਤਾਂ ਪਿਆ ਹੀ ਆ ਜੀ। ਅਤੇ ਸੈਕਸੁਅਲ ਹਰਾਸਮੈਂਟ ਜਾਂ ਜਿਹੜੀ ਔਰਤ ਦੇ ਖਿਲਾਫ ਜਿਹੜੇ ਕ੍ਰਾਈਮ ਨੇ ਉਹ ਵੱਧਦੇ ਜਾਂਦੇ ਰਹੇ ਨੇ ਅਤੇ ਉਸ ਕਰਕੇ ਫਿਰ ਲੈਜਿਸਲੇਸ਼ਨ ਸਿਸਟਮ ਵੀ ਸਰਕਾਰ ਨੇ ਕਾਨੂੰਨ ਬਣਾਇਆ ਹੈ, ਅੱਛੀ ਗੱਲ ਹੈ। ਪਰ ਉਹਦੇ 'ਚ ਵੀ ਕਈ ਦਫਾ ਵੇਖਿਆ ਹੁਣ ਉਹ ਮਿਸਯੂਜ਼ ਹੋਣ ਲੱਗ ਪਿਆ ਵੀ ਹਰ ਕੋਈ ਔਰਤ ਉੱਠੀ ਹੈ ਤਾਂ ਉਹਨੇ ਸ਼ਿਕਾਇਤ ਕਰ ਦਿੱਤੀ, ਸ਼ਿਕਾਇਤ ਕਰਕੇ ਕੇਸ ਰਜਿਸਟਰ ਕਰਵਾ ਦਿੱਤਾ। ਕੇਸ ਰਜਿਸਟਰ ਦੇ ਟਰਾਇਲ ਹੋ ਗਿਆ, 5-5 6-6 ਸਾਲ ਲੋਕ ਜਿਹੜੇ ਨੇ ਉਲਝ ਜਾਂਦੇ ਨੇ। ਜੇ ਲੜਕੀ ਆਪਣੇ ਆਪ ਕੌਨਸੈਂਟਿੰਗ ਪਾਰਟੀ ਵੀ ਹੈ, ਇੱਕ ਨੌਜਵਾਨ ਬੱਚੇ ਨਾਲ ਉਹਦਾ ਕੋਈ ਬਹਿਣ ਖਲੋਣ ਹੈ, ਉਹ ਵੀ ਸ਼ਿਕਾਇਤਾਂ 'ਚ ਆਈ ਜਾਂਦਾ। ਸੋ ਇਸ ਕਰਕੇ 2 ਤਰ੍ਹਾਂ ਦੇ ਮਾਮਲੇ ਨੇ, ਜਿੱਥੇ ਸਮਾਜੀ ਤੌਰ 'ਤੇ ਕਈਆਂ ਨਾਲ ਬੇਇਨਸਾਫੀ ਵੀ, ਬਹੁਤਿਆਂ ਨੂੰ ਇਨਸਾਫ ਮਿਲਿਆ ਆਪਾਂ ਇਹ ਕਹਿ ਸਕਦੇ ਹਾਂ। ਪਰ ਜਿਹੜਾ KPS ਗਿੱਲ ਵਾਲਾ ਕੇਸ ਚੱਲਿਆ, KPS ਗਿੱਲ ਬਨਾਮ ਰੂਪਨ ਦਿਓਲ ਬਜਾਜ ਸੁਪਰੀਮ ਕੋਰਟ 'ਚ, ਉੱਥੇ ਫਿਰ ਕਿੱਦਾਂ ਦੀ ਸੁਣਵਾਈ ਹੋਈ? ਤੁਸੀਂ ਵੀ ਅਪੀਅਰ ਹੁੰਦੇ ਰਹੇ ਉੱਥੇ? ਨਹੀਂ, ਉਹਨਾਂ ਨੇ ਉਹ ਜਿਹੜਾ ਨਾ ਜਦੋਂ ਹਾਈ ਕੋਰਟ ਨੇ ਫੈਸਲਾ ਦਿੱਤਾ ਹੈ ਵੀ ਉਹਦੀ ਇੱਥੋਂ ਰਿਵੀਜ਼ਨ ਉਹਨੂੰ ਕਹਿੰਦੇ ਉਹ ਖਾਰਜ ਕਰ ਦਿੱਤੀ, ਸੁਪਰੀਮ ਕੋਰਟ ਨੇ ਵੀ ਖਾਰਜ ਦਿੱਤੀ, ਸੁਣਵਾਈ ਨਹੀਂ ਹੋਈ ਉਹਦੀ, ਪਹਿਲੀ ਪੇਸ਼ੀ 'ਤੇ ਖਾਰਜ ਹੋ ਗਈ ਹੈ। ਉਹਦੇ 'ਚ ਸਾਨੂੰ ਜਾਣ ਦੀ ਲੋੜ ਨਹੀਂ ਪਈ, ਮਤਲਬ ਨਾ ਸਟੇਟ ਨੂੰ ਪੇਸ਼ ਹੋਣ ਦੀ ਲੋੜ ਹੈ, ਨਾ ਮੈਡਮ ਨੂੰ ਪੇਸ਼ ਹੋਣ ਦੀ ਲੋੜ ਹੋਈ ਸੀ, ਉਹ ਪਹਿਲੇ ਪੇਸ਼ੀ 'ਤੇ। ਸੁਪਰੀਮ ਕੋਰਟ ਨੇ ਉਹਨੂੰ ਦੋਸ਼ੀ ਤਾਂ ਮੰਨ ਲਿਆ ਸੀਗਾ ਸ਼ਾਇਦ, ਦੋਸ਼ੀ ਤਾਂ ਇੱਕ ਮੈਜਿਸਟਰੇਟ ਨੇ ਮੰਨ ਲਿਆ ਸੀ ਨਾ। ਅੱਛਾ ਜੀ, ਮੈਜਿਸਟਰੇਟ ਦਾ ਫੈਸਲਾ ਜਿਹੜਾ ਹੈ ਨਾ ਉਹ ਠੀਕ ਮੰਨਿਆ ਗਿਆ। ਉਹਦੇ 'ਚ ਸਿਰਫ ਇੰਨੀ ਤਬਦੀਲੀ ਆਈ
ਵੀ ਉਹਦੀ ਜਿਹੜੀ ਕੈਦ ਹੈ ਉਹਨੂੰ ਪ੍ਰੋਬੇਸ਼ਨ 'ਚ ਬਦਲ ਦਿੱਤਾ। ਪ੍ਰੋਬੇਸ਼ਨ ਦਾ ਮਤਲਬ ਇਹ ਵੀ ਉਹਨੂੰ ਇਹ ਵਾਰਨਿੰਗ ਦੇ ਦਿੱਤੀ ਗਈ, ਉਹਦੇ 'ਤੇ ਕੰਡੀਸ਼ਨ ਪਾ ਦਿੱਤੀ ਗਈ ਵੀ ਤੂੰ ਅੱਗੇ ਤੋਂ ਇਹੋ ਜਿਹਾ ਕੰਮ ਨਹੀਂ ਕਰੇਗਾ। ਉਹਦੇ 'ਚ ਇਹ ਵੀ ਇੱਕ ਕੰਡੀਸ਼ਨ ਵੀ ਸ਼ਰਾਬ ਪੀਣੀ ਵੀ ਬੰਦ ਕਰੇਗਾ। ਸੋ ਇਸ ਕਰਕੇ ਉਹ ਕੰਡੀਸ਼ਨਾਂ ਜਿਹੜੀਆਂ ਲਾਈਆਂ ਸੀ, ਉਹਨੂੰ ਸਜ਼ਾ ਜਾਬਤਾ ਗਿਣਿਆ ਜਾਏਗਾ ਵੀ ਉਹਦੀ ਸਜ਼ਾ ਜਿਹੜੀ ਹੈਗੀ ਆ ਉਹ ਬਹਾਲ ਰੱਖੀ ਗਈ ਹੈ, ਲੇਕਿਨ ਸਜ਼ਾ ਬਦਲ ਕੇ ਕੈਦ ਜੇਲ੍ਹ ਭੇਜਣ ਦੀ ਜਗ੍ਹਾ ਉਹਨੂੰ ਪ੍ਰੋਬੇਸ਼ਨ ਦੇ ਦਿੱਤੀ ਤਾਂ ਕਿ ਆਪਣੇ ਆਪ ਨੂੰ ਇੰਪਰੂਵ ਕਰ ਲਾ। ਪ੍ਰੋਬੇਸ਼ਨ ਕਿਸ ਤਰ੍ਹਾਂ ਦਾ ਹੁੰਦਾ ਵੀ ਉਹ 6 ਮਹੀਨੇ ਦੌਰਾਨ ਉਹਨੇ ਪੈਗ ਨਹੀਂ ਲਾਉਣਾ, ਕੋਈ ਐਵੇਂ ਕੋਈ ਸ਼ਿਕਾਇਤ ਨਾ ਆਵੇ, ਐਵੇਂ ਦੀ ਸੀ? ਇਹ ਅਦਾਲਤ ਦੀ ਹੁੰਦੀ ਹੈ ਕੰਡੀਸ਼ਨਾਂ ਪਾਉਣੀ। ਉਹ ਇਸ ਕੇਸ 'ਚ ਇਹ ਸੀ ਵੀ ਤੂੰ ਪਬਲਿਕਲੀ ਸ਼ਰਾਬ ਨਹੀਂ ਪੀਏਗਾ, ਕੋਈ ਮੁੜ ਕੇ ਇਸ ਤਰ੍ਹਾਂ ਦੀ ਜਿਹੜੀ ਹੈ ਕਾਰਵਾਈ ਨਹੀਂ ਕਰੇਗਾ। ਜੇ ਉਹ ਇਸ ਤਰ੍ਹਾਂ ਦੀ ਉਹਦੀ ਕਾਰਵਾਈ ਨੋਟਿਸ 'ਚ ਆ ਜਾਂਦੀ ਨਾ, ਜਿੰਨਾ ਪੀਰੀਅਡ ਦਿੱਤਾ ਸੀ 6 ਮਹੀਨੇ ਦਾ 6 ਸਾਲ ਦਾ ਸੀ, ਉਹ ਫਿਰ ਉਹਦੀ ਜਿਹੜੀ ਹੈ ਪ੍ਰੋਬੇਸ਼ਨ ਵਾਪਸ ਲਈ ਜਾ ਸਕਦੀ ਸੀ, ਉਹਨੂੰ ਜੇਲ੍ਹ 'ਚ ਭੇਜਿਆ ਜਾ ਸਕਦਾ ਸੀ। ਪਰ ਉਹੋ ਜਿਹੀਆਂ ਗੱਲਾਂ 'ਚ ਕਿਹੜਾ ਵੇਖਣ ਜਾਊ ਵੀ ਉਹ ਸ਼ਰਾਬ ਪੀਂਦਾ ਕਿ ਨਹੀਂ ਪੀਂਦਾ, ਕਿੱਥੇ ਪੀਂਦਾ ਕਿ ਨਹੀਂ ਪੀਂਦਾ, ਇਹ ਗੱਲਾਂ ਜਿਹੜੀਆਂ ਮੁਸ਼ਕਿਲ ਹੁੰਦੀਆਂ ਨੇ। ਲੇਕਿਨ ਇਹ ਗੱਲ ਜ਼ਰੂਰ ਰਹਿ ਗਈ ਵੀ ਉਹਦੀ ਸਜ਼ਾ ਜਿਹੜੀ ਹੈ ਉਹ ਬਰਕਰਾਰ ਰਹੇਗੀ। ਉਹਨੂੰ ਇਹ ਗਿਣਿਆ ਜਾਏਗਾ ਵੀ ਉਹਨੇ ਜੋ ਕ੍ਰਾਈਮ ਕੀਤਾ ਸੀ ਉਹ ਸਾਬਤ ਹੋ ਗਿਆ ਸੀ ਉਹਦੇ ਖਿਲਾਫ। ਅਤੇ ਜਦੋਂ KPS ਗਿੱਲ ਖਿਲਾਫ ਇਹ ਕੇਸ ਹੋਇਆ, ਪਹਿਲਾ ਕੇਸ ਸੀਗਾ ਕਿਸੇ DGP ਖਿਲਾਫ ਇਸ ਤਰ੍ਹਾਂ ਦਾ ਹੋਣਾ, ਤੁਸੀਂ ਕਹਿ ਰਹੇ ਹੋ ਉਸ ਤੋਂ ਬਿਨਾਂ 2-3 ਔਰਤਾਂ ਦੇ ਵੀ ਕੇਸ ਹੋਏ, ਫਿਰ ਜਿਹੜੇ ਹੋਰ ਲੋਕਾਂ ਨਾਲ ਜ਼ਿਆਦਤੀਆਂ ਹੋਈਆਂ, ਚਾਹੇ ਉਹ ਪੁਲਿਸ ਮੁਕਾਬਲਿਆਂ ਦੀਆਂ ਹੋਣ, ਚਾਹੇ ਪੁਲਿਸ ਤਸੱਦਦ ਦੀਆਂ ਹੋਣ, ਉਸ ਤੋਂ ਬਾਅਦ ਵੀ ਪੁਲਿਸ ਖਿਲਾਫ ਥੋੜ੍ਹੇ ਕੇਸ ਆਉਣ ਲੱਗੇ। ਮੈਨੂੰ ਲੱਗਦਾ ਇਹ ਵੀ ਉਸ ਗੱਲ ਦੀ ਸ਼ੁਰੂਆਤ ਸੀ ਕਿ ਘੱਟੋ ਘੱਟ ਪੁਲਿਸ ਖਿਲਾਫ ਕੇਸਾਂ ਦੀ ਸ਼ੁਰੂਆਤ ਤਾਂ ਹੋਈ। ਦੇਖੋ, ਪੁਲਿਸ ਦੇ ਖਿਲਾਫ ਕੇਸ ਤਾਂ ਬਹੁਤ ਜ਼ਿਆਦਾ ਨੇ, ਬਹੁਤ ਜ਼ਿਆਦਾ ਆਏ ਵੀ ਨੇ, ਕੀਤੇ ਵੀ ਨੇ, ਲੇਕਿਨ ਉਹਨਾਂ 'ਚੋਂ ਇਸ ਤਰ੍ਹਾਂ ਦਾ ਇਨਸਾਫ ਨਹੀਂ ਮਿਲਿਆ ਜਿਸ ਤਰ੍ਹਾਂ ਦਾ ਮਿਲਣਾ ਚਾਹੀਦਾ ਸੀ। ਜਿਸ ਤਰ੍ਹਾਂ ਜੇ ਹੁਣ ਆਪਣਾ ਰੈੱਡ ਏਡਾ ਮਾੜਾ ਹੈ ਵੀ ਉਹਨਾਂ ਨੂੰ ਕੈਦ ਵੀ ਹੋ ਗਈ, ਪੰਜਾਬ ਦੇ ਵਿੱਚ ਕਈਆਂ ਨੂੰ ਕੈਦ ਹੋਈ ਹੈ, ਚੰਡੀਗੜ੍ਹ 'ਚ ਵੀ, ਲੇਕਿਨ ਉਹਨਾਂ ਨੂੰ ਕੈਦ ਹੋਈ, ਉਹਨਾਂ ਨੂੰ ਸਰਕਾਰ ਨੇ ਛੱਡ ਦਿੱਤਾ ਹੈ, ਉਹਨਾਂ ਦੀ ਰਿਮਿਸ਼ਨ ਕਰਕੇ ਉਹਨਾਂ ਦੀ ਸਾਰੀ ਜਿਹੜੀ ਹੈ ਕੈਦ ਮੁਆਫ ਕਰ ਦਿੱਤੀ ਹੈ। ਇਸ ਤੋਂ ਵੱਡੀ ਬੇਇਨਸਾਫੀ ਕੀ ਹੈ ਵੀ ਇੱਕ ਲੋਕ ਨੇ 30-30 ਸਾਲ ਦੇ ਅੰਦਰ ਪਏ ਨੇ, ਉਹਨਾਂ ਨੂੰ ਪੈਰੋਲ ਵੀ ਨਹੀਂ ਹੋ ਰਹੀ, ਉਹਨਾਂ ਦਾ ਛੱਡਣ ਦਾ ਦੂਰ ਦਾ ਵਾਸਤਾ ਵੀ ਨਹੀਂ ਹੈਗਾ। ਅਤੇ ਇੱਕ ਜਿਨ੍ਹਾਂ ਨੇ ਕਤਲ ਕੀਤੇ ਨੇ, ਜਿਨ੍ਹਾਂ ਨੇ ਆਪਣੀ ਵਰਦੀ ਨੂੰ ਦਾਗਦਾਰ ਬਣਾਇਆ ਹੈ, ਉਹਨਾਂ ਨੂੰ ਅਦਾਲਤ ਨੇ ਕੈਦ ਵੀ ਕਰ ਦਿੱਤੀ, ਫਿਰ ਉਹਨਾਂ ਨੂੰ ਸਰਕਾਰ ਦੇ ਤੌਰ 'ਤੇ ਤੁਸੀਂ ਮਾਫ ਕਰੀ ਜਾਂਦੇ ਆ। ਇਸ ਤੋਂ ਵੱਡੀ ਬੇਇਨਸਾਫੀ ਕਿਹੜੀ ਹੋ ਸਕਦੀ ਹੈ? ਸਾਡੇ ਸਿਆਸੀ ਸਿਸਟਮ ਦੇ ਵਿੱਚ ਕੁਝ ਖੋਟ ਨੇ, ਵੱਡੇ ਖੋਟ ਜਿਹਨੂੰ ਆਪਾਂ ਕਹਿ ਦਈਏ। ਇਹ ਸਿਆਸੀ, ਇਹੋ ਹੀ ਮੈਂ ਤੁਹਾਨੂੰ ਜਿਸ ਤਰ੍ਹਾਂ ਬੇਨਤੀ ਕਰਦਾ ਹੈ ਨਾ ਵੀ ਇਹ ਸਿਆਸੀ ਤੌਰ 'ਤੇ ਪੁਲਿਸ ਵਾਲਿਆਂ ਦਾ ਇੰਨਾ ਵੱਡਾ ਗਲਬਾ ਹੈ, ਜਾਂ ਪੁਲਿਸ ਵਾਲਿਆਂ ਦੀ ਇੰਨੀ ਵੱਡੀ ਇਸ ਵੇਲੇ ਚੜ੍ਹਤ ਹੈ ਵੀ ਉਹ ਗਲਤ ਕੰਮ ਨੂੰ ਵੀ ਠੀਕ ਕਰਵਾਈ ਜਾਂਦੇ ਨੇ, ਉਹ ਗਲਤ ਕੰਮ ਕਰੀ ਜਾਂਦੇ ਨੇ, ਉਹ ਵੀ ਠੀਕ ਹੋਈ ਜਾਂਦਾ ਹੈ। ਆਪਾਂ ਪੰਜਾਬ ਦੇ ਵਿੱਚ ਪਿਛਲੇ ਜਦੋਂ ਦਾ ਲੋਕਡਾਊਨ ਹੋਇਆ, ਲਗਭਗ 150 ਕੇਸ ਜਿਹੜਾ ਪ੍ਰੈਸ 'ਚ ਆ ਚੁੱਕਾ, ਚਾਹੇ ਵਾਇਰਲ ਹੋਇਆ ਹੈ ਵੀ ਕਿਸੇ ਔਰਤ ਨੂੰ ਗੁੱਤ ਤੋਂ ਫੜ ਕੇ ਪਿੱਛੇ ਸੁੱਟ ਦਿੱਤਾ ਹੈ, ਕਿਸੇ ਨੂੰ ਨੰਗਾ ਕਰਕੇ ਪੁਲਿਸ ਸਟੇਸ਼ਨ 'ਚ ਜਿਹੜਾ ਬੇਇੱਜ਼ਤ ਕੀਤਾ ਹੈ, ਕਿਸੇ ਨੂੰ ਕੁੱਤਾ ਕਿਹਾ ਹੈ, ਕਿਸੇ ਨੂੰ ਕੁਛ ਕਿਹਾ ਹੈ, ਬੜੀ ਬੇਇੱਜ਼ਤੀ ਕੀਤੀ ਲੋਕਾਂ ਦੀ, ਕਿ ਡੰਡਿਆਂ ਨਾਲ ਕੁੱਟਿਆ ਹੈ, ਘਰ ਜਾ ਕੇ ਡਾਂਗਾਂ ਨਾਲ ਕੁੱਟਿਆ ਹੈ। ਇਹ ਸਾਰਾ ਇਸੇ ਮਾਜਰੇ ਦਾ ਮਾਮਲਾ ਹੈ। ਇੱਕ ਨਾਭੇ ਦਾ ਥਾਣੇਦਾਰ ASI ਹੈ, ਉਹ ਥਾਣੇ 'ਚ ਬੈਠਾ ਜਿਹੜਾ ਕੋਈ ਚਿੱਟਾ ਵੇਚੀ ਜਾਂਦਾ ਹੈ। ਇਹ ਇਸੇ ਕਰਕੇ ਹੈ ਵੀ ਪੁਲਿਸ ਤੇ ਕੋਈ ਕੁੰਡਾ ਨਹੀਂ ਹੈਗਾ ਜਿਹੜਾ ਕਿ ਹੋਣਾ ਚਾਹੀਦਾ। ਪੁਲਿਸ ਕੋ ਐਡੀ ਵੱਡੀ ਪਾਵਰ ਨਹੀਂ ਹੋਣੀ ਚਾਹੀਦੀ। ਪੁਲਿਸ ਲੋਕਾਂ ਦੀ ਸੇਵਾ ਲਈ ਹੈ, ਨਾ ਕਿ ਲੋਕਾਂ ਦੇ ਕ੍ਰਾਈਮ ਕਰਨ ਲਈ ਹੈ। ਪੰਜਾਬ ਦੇ ਵਿੱਚ ਇੰਨਾ ਵੱਡਾ ਚਿੱਟੇ ਦਾ ਡਰੱਗ ਦਾ ਬਿਜ਼ਨਸ ਨਾ ਚੱਲਦਾ ਜੇ ਪੁਲਿਸ ਵਾਲੇ ਉਹਦੇ ਭਾਈਵਾਲ ਨਾ ਹੁੰਦੇ। ਇਸ ਕਰਕੇ ਪੁਲਿਸ ਦੀ ਜਿਹੜੀ ਸਿਸਟਮ ਆ, ਜਾਂ ਸਾਡਾ ਪੋਲੀਟੀਕਲ ਸਿਸਟਮ ਆ, ਉਹ ਇਸ ਵੇਲੇ ਬਿਲਕੁਲ ਲਗਭਗ ਖਤਮ ਹੋਣ ਵਾਲਾ, ਜਿੱਥੋਂ ਤੱਕ ਪੁਲਿਸ ਦਾ ਅਤੇ ਲੋਕਾਂ ਦੇ ਹੱਕਾਂ ਦਾ ਸਵਾਲ ਹੈ। ਠੀਕ ਹੈ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸੀਨੀਅਰ ਵਕੀਲ ਐਡਵੋਕੇਟ ਅਮਰ ਸਿੰਘ ਚਾਹਲ, ਜਿਨ੍ਹਾਂ ਨੇ ਕਿਹਾ ਕਿ ਸਾਡੇ ਜੋ ਸਿਆਸੀ ਸਿਸਟਮ ਆ ਉਹਦੇ ਵਿੱਚ ਵੱਡੀਆਂ ਘਾਟਾਂ ਨੇ, ਜਿਹਦੇ ਤਹਿਤ ਪੁਲਿਸ ਨੂੰ ਵੱਡੀਆਂ ਪਾਵਰਾਂ ਦਿੱਤੀਆਂ ਗਈਆਂ ਨੇ, ਪੁਲਿਸ ਦੇ ਵੱਡੇ ਗੁਨਾਹ ਵੀ ਮਾਫ ਕੀਤੇ ਜਾਂਦੇ ਨੇ। ਚਾਹੀਦਾ ਇਹ ਹੈ ਕਿ ਕਾਨੂੰਨ ਸਭ ਲਈ ਇੱਕੋ ਹੋਵੇ। ਸਰਕਾਰਾਂ ਨੂੰ ਇਹ ਨਹੀਂ ਚਾਹੀਦਾ ਕਿ ਪੁਲਿਸ ਵਾਲਿਆਂ ਦੀ ਸਜ਼ਾ ਮਾਫ ਕਰ ਦਿਓ, ਉਹਨਾਂ ਦੇ ਰਹਿਮ ਕਰ ਲਓ। ਅਕਸਰ ਇਹ ਕਹਿ ਕੇ ਰਹਿਮ ਕੀਤਾ ਜਾਂਦਾ ਕਿ ਉਹ ਵੱਡੀ ਉਮਰ ਹੋ ਗਈ, ਬਿਮਾਰ ਹੈ, ਪਰਿਵਾਰ ਨੂੰ ਉਹਦੀ ਲੋੜ ਹੈ, ਜਾਂ ਇਹ ਵੀ ਇੱਕ ਧਾਰਨਾ ਬਣੀ ਜਾਂਦੀ ਹੈ ਕਿ ਪੁਲਿਸ ਕਿਹੜਾ ਆਪਣੇ ਲਈ ਕਰਦੀ ਸੀ, ਪੁਲਿਸ ਨੇ ਪੰਜਾਬ ਲਈ, ਦੇਸ਼ ਲਈ ਕੀਤਾ। ਪਰ ਕਾਨੂੰਨ ਹੱਥਾਂ 'ਚ ਲੈਣਾ ਉਹ ਦੇਸ਼ ਅਤੇ ਪੰਜਾਬ ਵਿਰੋਧੀ ਗੱਲਾਂ ਨੇ। ਇਸ ਸਿਸਟਮ ਦੇ ਵਿੱਚ ਵੱਡੇ ਸੁਧਾਰਾਂ ਦੀ ਲੋੜ ਆ। ਜਿਸ ਤਰ੍ਹਾਂ ਚਾਹਲ ਸਾਹਿਬ ਨੇ ਕਿਹਾ, ਚਾਹੀਦਾ ਹੈ ਕਿ ਜੋ ਸਿਆਸੀ ਲੋਕ ਨੇ, ਜੋ ਲੋਕਾਂ ਨੂੰ ਇਨਸਾਫ ਦੇਣ ਦੀਆਂ ਗੱਲਾਂ ਕਰਦੇ ਨੇ, ਉਹਨਾਂ ਨੂੰ ਵੀ ਇਹੋ ਜਿਹਾ ਸੋਚਣਾ ਚਾਹੀਦਾ ਕਿ ਕਾਨੂੰਨ ਇਹੋ ਜਿਹਾ ਬਣਾਇਆ ਜਾਵੇ ਜੋ ਸਭ ਲਈ ਬਰਾਬਰ ਹੋਵੇ, ਤਾਂ ਕਿ ਸਭ ਨੂੰ ਇਨਸਾਫ ਮਿਲ ਸਕੇ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ।